ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਆਪ ਜੀ ਸਾਰੇ ਠੀਕ ਠਾਕ ਹੋਵੋਗੇ। ਆਪਾਂ ਵਾਰ ਦੀ ਬਾਣੀ ਬਾਬੇ ਨਾਨਕ ਦੀ ਪੜ੍ਹਦੇ ਵਿਚਾਰਦੇ ਆ ਰਹੇ ਹਾਂ। ਉਸ ਕੜੀ ਦੇ ਵਿੱਚ ਆਪਾਂ 10 ਪੌੜੀਆਂ ਕਰ ਚੁੱਕੇ ਹਾਂ। ਪਿਛਲੀ ਵਾਰੀ ਜਿਹੜੀ ਆਪਣੀ ਪੌੜੀ ਆਪਾਂ ਵਿਚਾਰੀ ਸੀ, ਦਾਨ ਮਹਿੰਦਰਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲਖ ਧਿਆਈਐ, ਫਲ ਤੇ ਵੇ ਹੋ ਪਾਈਐ, ਜੇ ਵੇ ਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਐ, ਮਤ ਥੋੜੀ ਸੇਬ ਪਾਈਐ। ਸੋ ਆ ਜਿਹੜੀ ਹਾਈਲਾਈਟਡ ਲਾਈਨ ਹੈ, ਇਹ ਹਰ ਪੌੜੀ ਦਾ ਸਾਰ ਇਸ ਅਖੀਰਲੀ ਲਾਈਨ ਦੇ ਵਿੱਚ ਹੈ। ਸ਼ਲੋਕ ਤੇ ਪੌੜੀਆਂ ਵਾਰ ਹੈ ਹੀ ਇਹੀ ਹੈ। ਜਿਹੜੇ ਛੱਕੇ ਨਾਲ ਗੁਰੂ ਰਾਮਦਾਸ ਸਾਹਿਬ ਦੇ ਰਲਾਏ ਗਏ ਨੇ, ਉਹ ਮਹੱਲੇ ਚੌਥੇ ਦੀ ਬਾਣੀ ਹੈ, ਔਰ ਉਹਨਾਂ ਦਾ ਕਿਸੇ ਵੀ ਛੱਕੇ ਦਾ ਕਿਸੇ ਵੀ ਪੌੜੀ ਦੇ ਨਾਲ ਕੋਈ ਸੰਬੰਧ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਵੇਂ ਲਿਖੀ ਗਈ ਹੈ ਵਾਰ, ਆਪਾਂ ਉਸੇ ਤਰ੍ਹਾਂ ਪੜ੍ਹ ਰਹੇ ਹਾਂ। ਸੋ ਜਸਕਿਰਨ ਭੈਣ ਜੀ, ਪਲੀਜ਼ ਦੱਸਿਓ ਕਿ ਆਵਾਜ਼ ਠੀਕ ਹੈ ਹੁਣ। ਟੈਕਸਟ ਪਾ ਕੇ ਦੱਸ ਦਿਓ ਪਲੀਜ਼। ਓਕੇ, ਧੰਨਵਾਦ ਜੀ। ਸੋ ਜੇਕਰ ਅਕਾਲ ਪੁਰਖ ਦੇ ਕੋਲੋਂ ਮਨ ਦੀ ਗਰੀਬੀ ਜਾਂ ਗਰੀਬੀ 'ਚ ਰਹਿਣ ਦਾ ਵਰਦਾਨ ਮਿਲ ਜਾਏ, ਤਾਂ ਹੀ ਬੇਨਤੀ ਰੂਪ ਹੋ ਕੇ ਬੰਦਗੀ ਹੋ ਸਕਦੀ ਹੈ। ਬੇਨਤੀ ਰੂਪ ਹੋ ਕੇ ਗਿਆਨ ਵੀ ਵਿਚਾਰਨਾ, ਪੜ੍ਹਨਾ, ਲਿਖਣਾ, ਬੋਲਣਾ, ਦੱਸਣਾ, ਉਹ ਵੀ ਬੇਨਤੀ ਰੂਪ ਹੋ ਕੇ। ਉਹ ਕੋਈ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਇਹ ਸਾਨੂੰ ਜ਼ਿਆਦਾ ਪਤਾ ਹੈ ਜਾਂ ਸਾਨੂੰ ਜ਼ਿਆਦੀ ਸਮਝ ਆਈ ਹੈ ਗੁਰਬਾਣੀ ਦੀ। ਇਹ ਕਰਤੇ ਪੁਰਖ ਦੀ ਵਡਿਆਈ ਹੈ, ਉਹ ਬਖਸ਼ਿਸ਼ ਕਰਦਾ। ਜੇਕਰ ਉਹਦੇ ਭਾਣੇ ਭੈ ਭਾਵਨੀ 'ਚ ਨਾ ਰਿਹਾ ਜਾਏ ਤੇ ਇਹ ਬਖਸ਼ਿਸ਼ ਵੀ ਮੁੱਕ ਜਾਂਦੀ ਹੈ। ਜਿੰਨੇ ਵੀ ਹੋਰ ਲਾਲਚ ਅਸੀਂ ਦੁਨਿਆਵੀ ਕਰਦੇ ਹਾਂ, ਉਹ ਸਾਨੂੰ ਮਾਇਆ 'ਚ ਘੇਰ ਕੇ ਲੈ ਜਾਂਦੇ ਆ, ਮਾਇਆ 'ਚ ਫਸਾ ਦਿੰਦੇ ਆ। ਇੱਕ ਮਨ ਅਲਖ ਧਿਆਈ ਹੈ, ਇੱਕ ਮਨ ਚਿੱਤ ਦੇ ਨਾਲ ਅਕਾਲ ਪੁਰਖ ਦੀ ਬੰਦਗੀ ਕਰਨੀ ਚਾਹੀਦੀ ਹੈ। ਜੈਸਾ ਬੀਜਾਂਗੇ ਉਹੀ ਅਸੀਂ ਵੱਢਾਂਗੇ। ਪਰ ਜੇ ਪੂਰਬਲੇ ਕਰਮ ਚੰਗੇ ਹੋਣ ਤਾਂ ਬੇਨਤੀ ਰੂਪ ਹੋ ਕੇ ਉੱਚੀ ਬਿਰਤੀ ਵਾਲੇ ਭਗਤਾਂ ਦੇ ਪਾਏ ਪੂਰਨਿਆਂ ਤੇ ਚੱਲਿਆ ਜਾ ਸਕਦਾ ਹੈ। ਤਾਂ ਧੂੜ ਤਿਨਾਂ ਦੀ ਪਾਈ ਹੈ। ਇਹ ਧੂੜ ਬਹੁਤ ਵਾਰੀ ਜ਼ਿਕਰ ਆਏਗਾ ਗੁਰਬਾਣੀ 'ਚ। ਇਹਦਾ ਜਿਹੜਾ ਤੱਤ ਸਾਰ ਹੈ ਇਸ ਧੂੜ ਦਾ, ਉਹ ਇਹ ਹੈ ਕਿ ਭਗਤਾਂ ਦੇ ਪਾਏ ਪੂਰਨਿਆਂ ਦੇ ਉੱਤੇ ਚੱਲਣਾ। ਧੂੜ ਤਿਨਾਂ ਦੀ ਪਾਈ ਆ, ਅਸੀਂ ਉਹਨਾਂ ਦੇ ਪੈਰ 'ਚ ਪੈਰ ਰੱਖਣਾ। ਮੈਂ ਪਿਛਲੀ ਵਾਰ ਵੀ ਦੱਸਿਆ ਸੀ, ਕੋਈ ਇਹ ਸਪਿਰਿਚੁਅਲ ਡਸਟ ਦੀ ਗੱਲ ਕੀਤੀ ਗਈ ਹੈ, ਕੋਈ ਦੁਨਿਆਵੀ ਡਸਟ ਨਹੀਂ ਹੈ। ਆਪਾਂ ਧੂੜ ਮੁੱਖ ਲਾਏ, ਆਪਾਂ ਮਿੱਟੀ ਚੱਕ ਕੇ ਮੂੰਹ 'ਚ ਥੋੜ੍ਹਾ ਪਾ ਲਾਂਗੇ।
ਆਪਾਂ ਸਿਰਫ ਉਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਤਾਂ ਧੂੜ ਤਿੰਨਾਂ ਦੀ ਪਾਈ ਹੈ, ਮਤਲਬ ਉਹਨਾਂ ਦੇ ਪੈਰ 'ਚ ਪੈਰ ਰੱਖਣਾ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਕਮਿਟਮੈਂਟ ਦੇ ਨਾਲ, ਜਾਂ ਕਹਿ ਲਓ ਉਹਨਾਂ ਨੂੰ ਕਾਪੀ ਕਰਨਾ। ਸਿੰਪਲ। ਮਤ ਥੋੜੀ ਸੇਵ ਗਵਾਈ ਹੈ। ਇਹੀ ਬੇਨਤੀ ਕਰਨੀ ਹੈ, ਨਿਮਰਤਾ 'ਚ ਰਹਿ ਕੇ, ਬੇਨਤੀ ਰੂਪ ਹੋ ਕੇ, ਕਿ ਐਸੀ ਸੱਚੇ ਪਾਤਸ਼ਾਹ ਸੋਝੀ ਦੇਵੀਂ ਕਿ ਮੈਂ ਤੇਰੀ ਬੰਦਗੀ ਕਰ ਨਹੀਂ ਸਕਿਆ, ਕਿਉਂਕਿ ਮੇਰੀ ਮੱਤ ਥੋੜੀ ਹੈ। ਬਸ ਆਹੀ ਬਿਰਤੀ ਰੱਖਣੀ ਆ ਵੀ ਮੈਂ ਸੇਵਾ ਨਹੀਂ ਕਰ ਸਕਿਆ, ਮੈਂ ਬੰਦਗੀ ਨਹੀਂ ਕਰ ਸਕਿਆ, ਕਿਉਂਕਿ ਮੈਨੂੰ ਸੋਝੀ ਨਹੀਂ ਹੈ, ਮੇਰੀ ਮੱਤ ਹੀ ਥੋੜੀ ਹੈ। ਇਹ ਬਹੁਤ ਜ਼ਰੂਰੀ ਹੈ। ਵਾਰ ਦੇ ਵਿੱਚ ਬਾਬੇ ਨਾਨਕ ਨੇ, ਅਸੀਂ 10 ਪੌੜੀਆਂ ਕਰ ਲਈਆਂ, 14 ਹੋਰ ਰਹਿ ਗਈਆਂ ਨੇ। ਐਸਾ ਅਵੱਲਾ ਗਿਆਨ ਦਿੱਤਾ ਹੈ ਕਿ ਇੱਕ ਇੱਕ ਵਾਰ ਕਹਿ ਲਓ, ਇੱਕ ਗੌੜੀ ਸੁਖਮਨੀ ਮਹੱਲਾ ਪੰਜਵਾਂ, ਇਹ ਵੱਡੀਆਂ ਬਾਣੀਆਂ ਨੇ, ਕੀਮਤੀ ਬਾਣੀਆਂ ਨੇ, ਔਰ ਇਹ ਸਿੰਪਲ ਸਧਾਰਨ ਤਰੀਕੇ ਦੇ ਨਾਲ ਉਹਨਾਂ ਨੇ ਵੱਡੀਆਂ ਗੱਲਾਂ ਸਮਝਾਈਆਂ ਨੇ। ਆਓ ਅੱਜ ਆਪਾਂ 11ਵੀਂ ਪੌੜੀ ਵਾਰ ਦੀ ਸ਼ੁਰੂ ਕਰੀਏ ਨਾਲ ਸ਼ਲੋਕ। ਸ਼ਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਹੁਣ ਚੱਚੇ ਨੂੰ ਸਿਹਾਰੀ ਹੈ। ਤੇ ਕਲਯੁਗ ਦੇ ਵਿੱਚ ਅਕਾਲ ਪੁਰਖ ਦੇ ਨਾਮ ਦਾ ਕਾਲ ਪੈ ਗਿਆ, ਘੱਟ ਹੈ, ਕੋਈ ਨਾਮ ਜਪਦਾ ਹੀ ਨਹੀਂ, ਤੇ ਮਾਇਆ ਦਾ ਹੀ ਬੋਲਬਾਲਾ ਹੈ। ਬੁਰਾਈਆਂ ਦੀ ਕਾਲਖ ਦੇ ਕਾਰਨ ਜੀਵ ਭੂਤਨੇ ਬਣਦੇ ਜਾ ਰਹੇ, ਕਿਉਂਕਿ ਜੈਸੀ ਮਾਇਆ ਹੈ ਉਸ ਤਰ੍ਹਾਂ ਦਾ ਉਹ ਅੱਗੇ ਆਪਣੇ ਪ੍ਰਭਾਵ ਦੇ ਨਾਲ ਜੀਵ ਤਿਆਰ ਕਰੇਗੀ। ਹੁਣ ਜਿਹੜਾ ਜੀਵ ਬੰਦਗੀ ਕਰ ਰਿਹਾ ਹੈ, ਕਰਤੇ ਪੁਰਖ ਦੀ ਭੈ ਭਾਵਨੀ ਦੇ ਵਿੱਚ ਹੈ, ਉਹ ਉਸ ਤਰ੍ਹਾਂ ਦੇ ਜੀਵ ਤਿਆਰ ਹੋਣਗੇ ਅੱਗੇ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਕਰਤੇ ਪੁਰਖ ਦੇ ਨਾਮ ਦਾ ਕਾਲ ਪੈ ਗਿਆ, ਮਾਇਆ ਦਾ ਬੋਲਬਾਲਾ, ਤੇ ਉਹ ਬੁਰਾਈਆਂ ਦੀ ਕਾਲਖ ਦੇ ਕਾਰਨ ਜੀਵ ਜਿਹੜੇ ਹੈ ਉਹ ਭੂਤਨੇ ਬਣਦੇ ਜਾ ਰਹੇ ਆ। ਉਹਨਾਂ ਦੀ ਜਿਹੜੀ ਬਿਰਤੀ ਹੈ, ਹੁਣ ਇਹ ਇੰਪੋਰਟੈਂਟ ਹੈ ਕਿ ਜੀਵ ਆਪ ਨਹੀਂ ਭੂਤਨਾ ਬਣਦਾ, ਉਹ ਤੇ ਬੜਾ ਸੋਹਣਾ ਮਨੁੱਖਾ ਜਨਮ ਮਨੁੱਖੇ ਸਰੂਪ ਦੇ ਵਿੱਚ ਹੈ, ਲੇਕਿਨ ਉਹਦੀ ਜਿਹੜੀ ਬਿਰਤੀ ਹੈ ਉਹ ਭੂਤਨੇ ਵਰਗੀ ਹੈ, ਬੇਤਾਲ ਵਰਗੀ ਹੈ, ਬਹੁਤ ਹੀ ਭੈੜੀ ਹੈ। ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜਿਨ੍ਹਾਂ ਦੇ ਹਿਰਦੇ ਦੇ ਵਿੱਚ, ਜਿਨ੍ਹਾਂ ਨੇ ਮਿਹਨਤ ਕਰਕੇ ਆਪਣੇ ਹਿਰਦੇ ਦੇ ਵਿੱਚ ਨਾਮ ਦਾ ਬੀਜ ਬੀਜ ਲਿਆ, ਉਹ ਪੰਜ ਪ੍ਰਵਾਨ ਹੋ ਗਏ, ਪਤ ਲੈ ਗਏ। ਬੀਓ ਬੀਜ ਪਤ ਲੈ ਗਏ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਨਾਮ ਦਾ ਬੀਜ ਬੀਜ ਲਿਆ, ਉਹ ਪੰਜ ਪ੍ਰਵਾਨ ਹੋ ਗਏ, ਕਰਤੇ ਪੁਰਖ ਦੇ ਦਰ ਤੇ ਪ੍ਰਵਾਨ ਹੋ ਗਏ, ਕਰਮਖੰਡ ਦੇ ਵਾਸੀ ਬਣ ਗਏ। ਉਹਨਾਂ ਦਾ ਦਸਮ ਦੁਆਰ ਖੁੱਲ ਗਿਆ, ਉਹਨਾਂ ਦੀ ਆਨੰਦ ਦੀ ਅਵਸਥਾ। ਸਭ ਇੱਕੋ ਹੀ ਗੱਲ ਹੈ, ਇੱਕੋ ਹੀ ਤਕਰੀਬਨ ਸਟੇਜ ਹੈ, ਅਵਸਥਾ ਹੈ, ਸਟੇਟ ਆਫ ਮਾਈਂਡ। ਪਰ ਜਿਨ੍ਹਾਂ ਦੇ ਅੰਦਰ ਨਾਮ ਦਾ ਅੰਕੁਰ ਫੁੱਟਣੋਂ ਰਹਿ ਗਿਆ, ਉਹ ਦਾਲ ਦੇ ਵਾਂਗਰ ਦੋ ਫਾੜ ਹੋ ਗਏ ਤੇ ਦੁਬਦਾ ਦੇ ਵਿੱਚ ਫਸੇ ਰਹਿ ਗਏ। ਦਾਲ ਜਿਹੜੀ ਹੁੰਦੀ ਹੈ, ਉਹਦਾ ਜਿਹੜਾ ਜਦੋਂ ਬੀਜੀ ਦੀ ਹੈ, ਜੇ ਉਹ ਬੀਜ ਦੋ ਫਾੜ ਹੋ ਜੇ ਤੇ ਬੂਟਾ ਉਗਦਾ ਨਹੀਂ ਹੈ। ਉਹ ਅੰਕੁਰ ਫੁੱਟ ਨਹੀਂ ਸਕਦਾ ਬੀਜ ਦੇ ਵਿੱਚੋਂ।
ਤਾਂ ਉਹ ਐਗਜ਼ਾਮਪਲ ਲਈ ਹੈ ਵੀ ਜਿਨ੍ਹਾਂ ਦੇ ਅੰਦਰ ਨਾਮ ਦਾ ਅੰਕੁਰ ਫੁੱਟਣੋਂ ਰਹਿ ਗਿਆ, ਉਹ ਦਾਲ ਵਾਂਗ ਦੋ ਫਾੜ ਹੋ ਗਏ ਤੇ ਦੁਬਦਾ ਚ ਫਸੇ ਰਹਿ ਗਏ। ਅਬ ਕਿਉਂ ਉਗਵੈ ਦਾਲ, ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਕਰਤੇ ਪੁਰਖ ਦੇ ਨਾਮ ਦਾ ਅੰਕੁਰ ਤਾਂ ਹੀ ਫੁੱਟਣਾ ਹੈ ਜੇ ਪੂਰਨ ਤੌਰ ਤੇ ਕਰਤੇ ਪੁਰਖ ਵਾਲੇ ਪਾਸੇ ਲੱਗੇ ਰਹੀਏ। ਜੇ ਇੱਕ ਹੋਏ ਤਾਂ ਉਗਵੈ। ਹੁਣ ਕਰਤੇ ਪੁਰਖ ਵਾਲੇ ਪਾਸੇ ਕਿੱਦਾਂ ਲੱਗਣਾ? ਇਹ ਹੀ ਕਮਿਟਮੈਂਟ ਹੈ, ਇਹਨੂੰ ਹੀ ਕਮਿਟਮੈਂਟ ਹੈ। ਇਹੀ ਜਿਹੜਾ ਸੋ ਕਾਲਡ ਲਫ਼ਜ਼ ਵਰਤਦੇ ਆ ਰਹੇ ਆ ਵੀ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕ ਕੇ ਇਟਸੈਲਫ ਕੋਈ ਫਰਕ ਨਹੀਂ ਪਏਗਾ। ਤੁਸੀਂ ਦਾੜੀ ਕੇਸਾਂ ਦੀ ਬੇਅਦਬੀ ਕਰਨੀ ਛੱਡ ਦੋਗੇ, ਇੱਕ ਬਾਣੇ ਦੇ ਧਾਰਨੀ ਹੋ ਜਾਓਗੇ, 5 ਕਕਾਰ ਵੀ ਪਾ ਲੋਗੇ, ਲੇਕਿਨ ਜੇ ਬਿਰਤੀ ਨਹੀਂ ਚੇਂਜ ਹੋਈ, ਜੇ ਕਰਤੇ ਪੁਰਖ ਨਾਲ ਕਮਿਟਮੈਂਟ ਹੀ ਨਹੀਂ ਹੋਈ, ਜੇ ਸੱਚ ਦੇ ਉੱਤੇ ਤੁਹਾਡਾ ਜੀਵਨ ਹੀ ਨਹੀਂ ਚੱਲ ਰਿਹਾ, ਤੁਸੀਂ ਉਹੀ ਕੂੜ ਲਾਲਚ ਦੇ ਵਿੱਚ ਫਸੇ ਹੋਏ ਹੋ, ਤੇ ਉਹ ਜਿੱਦਾਂ ਦਾ ਛਕਿਆ ਜਿੱਦਾਂ ਦਾ ਨਾ ਛਕਿਆ ਇੱਕੋ ਗੱਲ ਹੈ। ਕਿਉਂਕਿ ਤੁਹਾਡੀ ਕਮਿਟਮੈਂਟ ਹੀ ਨਹੀਂ ਹੈ, ਅੰਦਰ ਭੈ ਭਾਵਨੀ ਨਹੀਂ ਹੈ, ਡਰ ਨਹੀਂ ਹੈ, ਕਰਤੇ ਪੁਰਖ ਦਾ ਪਿਆਰ ਨਹੀਂ ਹੈ। ਇਹ ਤਾਂ ਇਹ ਕੰਮ ਹੋ ਰਿਹਾ ਕਿ ਡਰ ਅੰਦਰੋਂ ਮੁੱਕ ਗਿਆ, ਭੈ ਭਾਵਨੀ, ਪ੍ਰੀਤ ਮੁੱਕ ਗਈ ਅੰਦਰੋਂ, ਪ੍ਰੇਮ ਮੁੱਕ ਗਿਆ। ਸੋ ਜਿਹੜੇ ਸੋ ਕਾਲਡ ਜਿਹਦੇ ਅੰਮ੍ਰਿਤ ਛਕ ਵੀ ਲਿਆ, ਉਹਨਾਂ ਦੀ ਬਿਰਤੀ ਨਹੀਂ ਚੇਂਜ ਹੋਈ ਤੇ ਉਹ ਕੋਈ ਫਰਕ ਨਹੀਂ ਉਹਨਾਂ ਨੂੰ, ਉਹ ਬੇਤਾਲੀ ਨੇ, ਬੇਤਾਲ ਹੀ ਨੇ। ਉਹ ਉਹਨਾਂ ਦੀ ਉਸੇ ਤਰ੍ਹਾਂ ਉਹਨਾਂ ਨੇ ਬੁਰਾਈਆਂ ਕਰੀ ਜਾਣੀਆਂ, ਉਸੇ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਫਸੇ ਹੈ, ਤੇ ਉਹ ਤੇ ਮਹਾਰਾਜ ਤੋਂ ਉਹਨਾਂ ਨੂੰ ਕਹਿ ਰਿਹਾ ਬਿਰਤੀ ਭੂਤਨੇ ਵਰਗੀ ਹੈ। ਅਮਲ ਜਦੋਂ ਕਰਾਂਗੇ ਉਦੋਂ ਫਰਕ ਪੈਣਾ। ਸੋ ਜੀਵਨ ਸੱਚ ਦੇ ਪੱਧਰ ਤੇ ਤੁਹਾਡਾ ਤੁਰਨਾ ਚਾਹੀਦਾ। ਓਨੈਸਟੀ ਮੋਸਟ ਇੰਪੋਰਟੈਂਟ ਥਿੰਗ, ਐਕਸਟ੍ਰੈਕਟ ਆਫ ਐਵਰੀਥਿੰਗ। ਇਮਾਨਦਾਰੀ, ਚਾਹੇ ਉਹ ਸੁਸਾਇਟੀ ਹੋਏ, ਤੁਹਾਡਾ ਕੰਮ ਹੋਏ, ਤੁਹਾਡਾ ਪਰਿਵਾਰ ਹੋਏ, ਤੁਹਾਡਾ ਆਪਣਾ ਪੂਰਾ ਜੀਵਨ ਹੋਏ, ਜਿਸ ਤਰੀਕੇ ਨਾਲ ਵੀ ਇਮਾਨਦਾਰੀ ਬੜੀ ਜ਼ਰੂਰੀ ਹੈ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੋ ਰੁੱਤ ਹੋਏ। ਕਰਤੇ ਪੁਰਖ ਦੇ ਨਾਮ ਦਾ ਅੰਕੁਰ ਤਾਂ ਹੀ ਫੁੱਟਣਾ ਜੇਕਰ ਪੂਰਨ ਤੌਰ ਤੇ ਅਸੀਂ ਕਰਤੇ ਪੁਰਖ ਵਾਲੇ ਪਾਸੇ ਲੱਗੇ ਰਹੀਏ। ਹਰ ਰੋਜ਼ ਨਵਾਂ ਕੁਝ ਸਿੱਖ ਕੇ ਉਹਨੂੰ ਆਪਣੇ ਜੀਵਨ ਚ ਢਾਲੀਏ ਤੇ ਨਾਮ ਨਾ ਵਿਸਾਰੀਏ। ਨਾਨਕ ਪਾਹੈ ਬਾਹਰਾ, ਕੋਰੇ ਰੰਗ ਨਾ ਸੋਏ। ਜੋ ਜੀਵ ਨਾਮ ਜਪਣ ਵੱਲ ਨਹੀਂ ਲੱਗਿਆ, ਉਸ ਤੇ ਨਾਮ ਦਾ ਰੰਗ ਚੜ ਹੀ ਨਹੀਂ ਸਕਦਾ। ਭੈ ਵਿੱਚ ਖੁੰਭ ਚੜਾਈਐ, ਸਰਮ ਪਾਹ ਤਨ ਹੋਏ। ਪ੍ਰਭੂ ਦੇ ਭਾਣੇ ਵਿੱਚ ਰਹਿ ਕੇ ਨਾਮ ਜਪੀਏ ਤੇ ਬੰਦਗੀ ਦੀ ਮੁਸ਼ੱਕਤ ਹੀ ਸਰੀਰ ਨੂੰ ਪਾ ਦੇਣਾ ਹੈ। ਬੰਦਗੀ ਦੀ ਮੁਸ਼ੱਕਤ, ਕਮਾਈ ਕਰਨੀ ਮਿਹਨਤ ਦੇ ਨਾਲ। ਨਾਨਕ ਜੋਤ ਕੀ ਕਹਿੰਦੀ ਹੈ? ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨਾ ਕੋਏ। ਉੱਤੇ ਵੀ ਨਾਨਕ ਜੋਤ ਕਹਿ ਰਹੀ ਹੈ, ਨਾਨਕ ਪਾਹੈ ਬਾਹਰਾ, ਕੋਰੇ ਰੰਗ ਨਾ ਹੋਏ। ਜੋ ਜੀਵ ਭਗਤੀ ਕਰਨ ਨਹੀਂ ਲੱਗਿਆ, ਨਾਮ ਦਾ ਅਭਿਆਸ ਕਰਨ ਨਹੀਂ ਲੱਗਿਆ, ਉਹਦੇ ਤੇ ਕੀ ਰੰਗ ਚੜ੍ਹਨਾ? ਇਸੇ ਤਰ੍ਹਾਂ ਇੱਥੇ ਕਿ ਜੇ ਮਨ ਭਗਤੀ ਵਿੱਚ ਰੰਗਿਆ ਜਾਏ ਤਾਂ ਮਾਇਆ ਕੂੜੈ ਸੋਏ ਨਾ ਕੋਏ। ਮਾਇਆ ਛਲ ਉਹਨੂੰ ਛੋ ਨਹੀਂ ਸਕਦੀ। ਜੇਕਰ ਭਗਤੀ ਕਰ ਰਹੇ ਆ, ਜੇ ਮਨ ਭਗਤੀ ਚ ਰੰਗਿਆ ਜਾਏ, ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨਾ ਕੋਏ। ਕੂੜਾ ਇੱਥੇ ਮਾਇਆ, ਮਾਇਆ ਜਿਹੜੀ ਹੈ ਉਹ ਫੇਰ ਛੋ ਨਹੀਂ ਸਕਦੀ। ਸੋ ਇੱਥੇ ਸ਼ਲੋਕ ਜਿਹੜਾ ਕਲੋਜ਼ ਹੁੰਦਾ।
ਸਿੱਟਾ ਕੀ ਨਿਕਲਿਆ ਕਿ ਮਨ ਨੂੰ ਹਰ ਵੇਲੇ ਅਕਾਲ ਪੁਰਖ ਦੀ ਭਗਤੀ ਚ ਰੰਗਿਆ ਜਾਏ। ਹਰ ਵੇਲੇ ਭਾਵ ਕਿ ਅਸੀਂ ਸੱਚ ਦੇ ਉੱਤੇ ਪਹਿਰਾ ਦਈਏ। ਸਾਡਾ ਜੀਵਨ, ਕਾਰ ਵਿਹਾਰ, ਬੋਲਬਾਣੀ, ਸਮਾਜ ਵਿੱਚ ਵਿਚਰਨਾ, ਕਿਰਤ ਕਰਨੀ, ਸਾਰਾ ਕੁਛ ਦੇ ਵਿੱਚ ਓਨੈਸਟੀ ਹੋਏ, ਇਮਾਨਦਾਰੀ ਹੋਏ, ਤੇ ਨਾਲ ਨਾਲ ਕਰਤੇ ਪੁਰਖ ਦੀ ਭਗਤੀ ਵੀ ਹੋਏ। ਸੋ ਅਸੀਂ ਸਾਰੇ ਸੰਸਾਰਕ ਜੀਵ ਆ। ਸਾਨੂੰ ਇਹ ਬੜਾ ਸੋਹਣਾ ਸਖਤੀ ਨਾਲ ਵੀ ਬਾਬਾ ਨਾਨਕ ਇਹ ਉਪਦੇਸ਼ ਦੇ ਰਿਹਾ ਕਿ ਸੱਚ ਸਾਡੇ ਅੰਦਰੋਂ ਉੱਡ ਗਿਆ। ਕੂੜ ਹੀ ਕੂੜ ਹੈ। ਪਾਪ ਹੀ ਪਾਪ ਨੇ। ਉਹਨਾਂ ਪਾਪਾਂ ਦੀ ਕਾਲਖ ਦੇ ਕਾਰਨ ਕਲਯੁਗ ਦੇ ਵਿੱਚ ਜਿਹੜੇ ਜੀਵ ਹੈ ਉਹ ਬਿਰਤੀ ਜਿਹੜੀ ਉਹਨਾਂ ਦੀ ਭੂਤਨਿਆ ਵਰਗੀ ਹੈ। ਮੋਹ ਜਿਹੜਾ ਹੈ ਉਹ ਪ੍ਰਬਲ ਹੋ ਰਿਹਾ ਹੈ। ਜਿਹੜਾ ਸੰਸਾਰ ਦਾ ਸਿਰਜਣਹਾਰ ਹੈ, ਸਾਜਣਹਾਰ ਹੈ, ਉਹਦੇ ਨਾਲ ਸਾਂਝ ਪਾਉਣ ਦਾ ਜਿਹੜਾ ਯਤਨ ਹੈ ਉਹ ਵੀ ਮੁੱਕ ਗਿਆ। ਜਿਹੜਾ ਖਿਆਲ ਹੈ ਕਿ ਉਹਦੇ ਨਾਲ ਅਸੀਂ ਪ੍ਰੀਤੀ ਪਾਈਏ, ਪਿਆਰ ਕਰੀਏ, ਉਹ ਵੀ ਸਾਡੇ ਮਨਾਂ ਚੋਂ ਦੂਰ ਹੋ ਗਿਆ। ਤੇ ਕਰਤੇ ਪੁਰਖ ਦੇ ਸ਼ਬਦ ਦੀ ਕਮਾਈ ਤੋਂ ਬਿਨਾਂ, ਨਾਮ ਅਭਿਆਸ ਤੋਂ ਬਿਨਾਂ ਜੀਵ ਭੂਤਨਾ ਹੀ ਭੂਤਨਾ ਹੈ। ਜਿਹਨੇ ਨਾਮ ਦਾ ਬੀਜ ਆਪਣੇ ਹਿਰਦੇ 'ਚ ਬੀਜਿਆ, ਸੱਚੀ ਸੁੱਚੀ ਕਿਰਤ ਕਮਾਈ, ਸੱਚਾ ਸੁੱਚਾ ਜੀਵਨ, ਇਮਾਨਦਾਰੀ ਦੇ ਨਾਲ ਕਮਿਟਮੈਂਟ ਕੀਤੀ ਅਕਾਲ ਪੁਰਖ ਦੇ ਨਾਲ, ਪ੍ਰੀਤੀ ਵੀ ਰੱਖੀ, ਡਰ ਵੀ ਰੱਖਿਆ, ਉਹ ਪੰਜ ਪ੍ਰਵਾਨ ਹੋਣਗੇ। ਉਹ ਇਸ ਸੰਸਾਰ ਸਾਗਰ ਤੋਂ ਪਾਰ ਹੋਣਗੇ। ਪਰ ਮਾਇਆ ਨਾਲ ਪ੍ਰੀਤੀ ਦੇ ਕਾਰਨ ਉਹ ਅੰਕੁਰ ਜਿਹੜਾ ਨਾਮ ਦਾ ਅੰਦਰ ਫੁੱਟਣਾ ਸੀ ਉਹ ਰਹਿ ਗਿਆ। ਕਿਉਂਕਿ ਮਨ ਜਿਹੜਾ ਹੈ ਉਹ ਦਾਲ ਵਾਂਗ ਦੋ ਫਾੜ ਹੈ, ਦੁਚਿੱਤੀ ਚ ਹੈ। ਮਾਇਆ ਵੀ ਨਾਲ ਨਾਲ ਚੱਲ ਰਹੀ ਹੈ ਔਰ ਅਸੀਂ ਕਹਿ ਰਹੇ ਹਾਂ ਕਿ ਅਸੀਂ ਰੱਬ ਨੂੰ ਵੀ ਮੰਨ ਰਹੇ ਹਾਂ। ਇਸੇ ਦੁਚਿੱਤੀ ਦੇ ਵਿੱਚ, ਦੁਬਿਧਾ ਦੇ ਵਿੱਚ ਸਾਡਾ ਮਨ ਜਿਹੜਾ ਅਕਾਲ ਪੁਰਖ ਨਾਲ ਜੁੜ ਨਹੀਂ ਸਕਦਾ, ਅਸੀਂ ਅਟੈਚ ਨਹੀਂ ਹੋ ਸਕਦੇ। ਬੀਜ ਉੱਗਣਾ ਹੀ ਤਾਂ ਹੈ ਜੇ ਬੀਜ ਸਾਬਤ ਹੋਵੇ, ਬੀਜਣ ਦੀ ਰੁੱਤ ਜਿਹੜੀ ਆ ਉਹ ਢੁਕਵੀਂ ਹੋਵੇ। ਇਸੇ ਤਰ੍ਹਾਂ ਕਰਤੇ ਪੁਰਖ ਦੇ ਨਾਮ ਦਾ ਅੰਕੁਰ ਵੀ ਤਾਂ ਫੁੱਟਦਾ ਜੇ ਮਨ ਸਾਬਤ ਹੋਵੇ, ਦੁਬਿਧਾ ਚ ਨਾ ਹੋਵੇ। ਕੇਵਲ ਇੱਕ ਨਾਲ ਪ੍ਰੀਤੀ, ਇੱਕ ਨੂੰ ਮੰਨਣਾ, ਇੱਕ ਦੀ ਭੈ ਭਾਵਨੀ, ਇੱਕ ਕਰਤੇ ਪੁਰਖ ਨਾਲ ਕਮਿਟਮੈਂਟ ਔਰ ਇੱਕ ਨਾਮ ਦਾ ਜਪਣਾ। ਜਪੋ ਤਾਂ ਇੱਕੋ ਨਾਮਾ, ਅਵਰ ਨਿਰਾ ਫਲ ਕਾਮਾ। ਸੋ ਭਗਤੀ ਬੜੀ ਇੰਪੋਰਟੈਂਟ ਹੈ। ਜੀਵਨ ਕਿਸ ਤਰ੍ਹਾਂ ਅਸੀਂ ਚਲਾਉਣਾ ਇਹ ਵੀ ਬੜਾ ਇੰਪੋਰਟੈਂਟ ਹੈ। ਵੱਡੇ ਛੋਟੇ, ਮਾੜੇ ਚੰਗੇ, ਹਰ ਇੱਕ ਨਾਲ ਇਮਾਨਦਾਰ ਤੁਹਾਡਾ ਜੀਵਨ ਹੋਣਾ ਚਾਹੀਦਾ। ਤਾਂ ਇਹ ਜਿਹੜਾ ਹੈ ਅੰਕੁਰ ਫੁੱਟੇਗਾ ਅੰਦਰ ਨਾਮ ਦਾ। ਜੇ ਕੋਰੇ ਮਨ ਨੂੰ ਰੱਬ ਦੇ ਨਾਮ ਰੰਗ ਵਿੱਚ ਰੰਗ ਦਈਏ, ਉਦਮ ਕਰੀਏ, ਮਿਹਨਤ ਕਰੀਏ, ਉਸ ਮਿਹਨਤ ਦੀ ਪਾ ਦਈਏ, ਤਾਂ ਇਹ ਮਨ ਕਿਤੇ ਜਾ ਕੇ ਮਾਇਆ ਤੋਂ ਬਚਦਾ ਬਚਾਉਂਦਾ ਉਸ ਕਰਤੇ ਪੁਰਖ ਦੇ ਨਾਲ ਜਾ ਕੇ ਜੁੜਦਾ ਹੈ। ਤਾਂ ਇਹਨੂੰ
ਭਗਤੀ ਦਾ ਰੰਗ ਚੜ੍ਹਦਾ ਹੈ ਤੇ ਮਾਇਆ ਫਿਰ ਇਹਨੂੰ ਛੋਹ ਨਹੀਂ ਸਕਦੀ। ਇਹ ਆਪਣੇ ਸ਼ਲੋਕ ਦਾ ਕਲੋਜ਼ਿੰਗ ਹੈ, ਸਾਰ ਹੋ ਗਿਆ, ਐਕਸਪਲੇਨ ਕਰਤਾ। ਯਾਦ ਰੱਖਣੀਆਂ ਨੇ ਚੀਜ਼ਾਂ, ਔਰ ਬਾਅਦ ਚ ਵੀ ਆਪਾਂ ਬੇਨਤੀ ਕਰਦੇ ਹਾਂ ਕਿ ਬੋਲੋ ਆਪਣਾ ਕੋਈ ਵਿਚਾਰ ਇਸ ਦੇ ਉੱਤੇ ਜੋ ਆਪਾਂ ਅੱਜ ਪੜ੍ਹਿਆ ਵਿਚਾਰਿਆ, ਕੋਈ ਵਿਚਾਰ, ਕੋਈ ਤੌਖਲਾ ਭੁਲੇਖਾ, ਕੋਈ ਸਵਾਲ ਅੰਦਰ ਮਨ ਚ ਆਵੇ, ਜ਼ਰੂਰ ਡਿਸਕਸ ਕਰਨਾ। ਹੁਣ ਆਪਾਂ ਅੱਗੇ ਚੱਲੀਏ। ਮਹੱਲਾ ਪਹਿਲਾ। ਲੱਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ, ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ। ਹੁਣ ਜੋ ਮਨੁੱਖ ਆਪਣੇ ਆਪ ਨੂੰ ਗਿਆਨੀ ਵਿਦਵਾਨ ਅਖਾਉਂਦੇ ਨੇ, ਉਹ ਵੀ ਮਾਇਆ ਦੇ ਵਿੱਚ ਨੱਚਦੇ ਫਿਰਦੇ ਆ, ਵਾਜੇ ਵਜਾਉਂਦੇ ਫਿਰਦੇ ਆ, ਤੇ ਕਈ ਤਰ੍ਹਾਂ ਦੇ ਭੇਸ ਵਟਾ ਕੇ ਸ਼ਿੰਗਾਰ ਕਰਦੇ। ਜੀਭ ਦਾ ਚਸਕਾ, ਉਹ ਇਸ ਤਰ੍ਹਾਂ ਜਿਵੇਂ ਉਹ ਰਾਜਾ ਹੈ, ਪਾਪ ਜਿਹੜਾ ਉਹ ਵਜ਼ੀਰ ਬਣੀ ਬੈਠਾ ਹੈ, ਝੂਠ ਜਿਹੜਾ ਉਹ ਚੌਧਰੀ ਬਣੀ ਬੈਠਾ ਹੈ। ਸਿਕਦਾਰ ਚੌਧਰੀ ਨੂੰ ਕਹਿੰਦੇ ਆ। ਹੁਣ ਜਗਤ ਵਿੱਚ ਲੱਭਦੇ ਪਾਪ ਦੋਨੋਂ ਰਾਜਾ ਤੇ ਵਜ਼ੀਰ ਨੇ, ਤੇ ਮਾਇਆ ਦਾ ਸਿੱਕਾ ਚੱਲਦਾ, ਹੁਕਮ ਚੱਲਦਾ। ਲੱਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ। ਲੱਭ ਤੇ ਪਾਪ ਦੋਨੋਂ ਰਾਜਾ ਤੇ ਵਜ਼ੀਰ ਨੇ, ਤੇ ਮਾਇਆ ਦਾ ਸਿੱਕਾ ਚੱਲ ਰਿਹਾ, ਹੁਕਮ ਚੱਲ ਰਿਹਾ। ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ। ਕਾਮ ਨੇਬ ਤੋਂ ਭਾਵ ਕਾਮਨਾ ਦਾ ਨਾਇਬ ਬਣਨ ਦੀ ਰੁਚੀ ਬੰਦੇ ਨੂੰ ਹੋਰ ਮਾਇਆ ਦੇ ਵਿੱਚ ਉਲਝਾ ਦਿੰਦੀ ਹੈ। ਕਾਮ ਜਿਹੜਾ ਉਹ ਨਾਇਬ ਹੈ, ਇੱਕ ਜਿਹਨੂੰ ਨਾਇਬ ਹੁੰਦਾ ਕਿ ਇੱਕ ਗਰੁੱਪ ਦੇ ਹੈਡ ਨੂੰ ਨਾਇਬ ਕਹਿ ਦਿੰਦੇ। ਉਹਨੂੰ ਸੱਦ ਕੇ ਸਲਾਹ ਪੁੱਛੀ ਜਾਂਦੀ ਹੈ, ਉਹੀ ਵੱਡਾ ਸਲਾਹਕਾਰ ਹੁੰਦਾ। ਸੋ ਇੱਥੇ ਕਾਮ ਜਿਹੜਾ ਉਹ ਨੇਬ ਬਣਿਆ ਬੈਠਾ ਹੈ। ਕਾਮਨਾ ਦਾ ਨਾਇਬ ਬਣਨ ਦੀ ਰੁਚੀ ਬੰਦੇ ਨੂੰ ਹੋਰ ਮਾਇਆ ਦੇ ਵਿੱਚ ਉਲਝਾਈ ਜਾਂਦੀ ਹੈ। ਅੰਧੀ ਰਹੀਅਤ ਗਿਆਨ ਵਿਹੂਣੀ, ਭਾਹੇ ਭਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵੇ, ਰੂਪ ਕਰੇ ਸ਼ਿੰਗਾਰ। ਲੱਭ ਪਾਪ ਨੇ ਨੇਬ ਦੀ ਪਰਜਾ ਅਧਿਆਤਮਕ ਗਿਆਨ ਤੋਂ ਸੱਖਣੀ ਹੋਣ ਕਰਕੇ ਅੰਨੀ ਹੈ। ਲੱਭ ਪਾਪ ਤੇ ਨੇਬ ਦੀ ਪਰਜਾ ਅਧਿਆਤਮਕ ਗਿਆਨ ਤੋਂ ਸੱਖਣੀ ਹੋਣ ਕਰਕੇ ਅੰਨੀ ਹੈ। ਭੂਸੇ ਨਾਲ ਭਰੇ ਹੋਏ ਮੁਰਦੇ ਦੀ ਨਿਆਈ ਹੈ। ਅੰਧੀ ਰਹੀਅਤ ਗਿਆਨ ਵਿਹੂਣੀ, ਭਾਏ ਭਰੇ ਮੁਰਦਾਰ। ਐਸੀ ਪਰਜਾ ਜਿਹਨੂੰ ਗਿਆਨ ਹੀ ਹੈ ਨਹੀਂ, ਅਧਿਆਤਮ ਬਾਰੇ ਪਤਾ ਹੀ ਨਹੀਂ ਹੈ, ਉਹ ਭੂਸੇ ਨਾਲ ਭਰੇ ਹੋਏ ਮੁਰਦੇ ਦੀ ਨਿਆਈ ਹੈ। ਗਿਆਨੀ ਨੱਚੇ ਵਾਜੇ ਵਾਵੇ, ਰੂਪ ਕਰੇ ਸ਼ਿੰਗਾਰ। ਜਿਹੜੇ ਬੰਦੇ ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਸੀ, ਉਹ ਮਾਇਆ 'ਚ ਨੱਚੀ ਜਾ ਰਹੇ ਨੇ, ਵਾਜੇ ਵਜਾਈ ਜਾ ਰਹੇ ਨੇ, ਕਈ ਤਰ੍ਹਾਂ ਦੇ ਭੇਸ ਵਟਾ ਕੇ ਸ਼ਿੰਗਾਰ ਕਰਦੇ ਨੇ। ਜਿਨ੍ਹਾਂ ਨੇ ਸਾਨੂੰ ਇਹ ਗਿਆਨ ਦੱਸਣਾ ਸੀ, ਉਹ ਗਿਆਨ ਨੂੰ ਕੇਵਲ ਗਾਈ ਜਾ ਰਹੇ ਨੇ। ਜਿਨ੍ਹਾਂ ਨੂੰ ਆਪਾਂ ਮੋਟੀਆਂ ਰਕਮਾਂ ਦੇ ਕੇ ਸੱਦਦੇ ਹਾਂ ਕਿ ਹਾਂਜੀ ਕੀਰਤਨ ਸੁਣਾਓ ਸਾਨੂੰ, ਉਹ ਕੀਰਤਨ ਤੇ ਸੁਣਾ ਰਹੇ, ਲੇਕਿਨ ਉਹ ਆਪ ਮਾਇਆ 'ਚ ਨੇ। ਉਹ ਇੱਕ ਪੈਸਾ, ਇੱਕ ਧੇਲਾ ਨਹੀਂ ਛੱਡਦੇ ਆਪਣਾ। ਉਹ ਗਿਆਨੀ ਨੱਚੇ ਵਾਜੇ ਵਾਵੇਂ, ਉਹ ਫਿਰ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਕੇ ਸ਼ਿੰਗਾਰ ਕਰ ਕਰਕੇ ਸਾਡੇ ਅੱਗੇ ਬੈਠਦੇ ਆ। ਉਹ ਵੀ ਮਾਇਆ ਦੇ ਵਿੱਚ ਨੇ,
ਮਾਇਆ 'ਚ ਹੀ ਉਹ ਨੱਚਦੇ ਹੈ, ਮਾਇਆ 'ਚ ਹੀ ਉਹ ਵਾਜੇ ਵਜਾ ਰਹੇ ਨੇ, ਤੇ ਮਾਇਆ 'ਚ ਹੀ ਉਹ ਭੇਸ ਵਟਾ ਵਟਾ ਕੇ ਸ਼ਿੰਗਾਰ ਕਰ ਰਹੇ ਨੇ। ਸੋ ਕਾਲਡ ਗਿਆਨੀ, ਅਸਲ 'ਚ ਗਿਆਨੀ ਹੈ ਨਹੀਂ, ਸਿਰਫ ਉਹ ਭੇਸ ਕੀਤਾ ਉਹਨਾਂ ਨੇ, ਭੇਖ ਬਣਾਇਆ। ਉੱਚੇ ਕੂਕੇ ਵਾਦਾ ਗਾਵੇਂ ਜੋਧਾਂ ਕਾ ਵਿਚਾਰ, ਉਹ ਗਿਆਨੀ ਫਿਰ ਉੱਚੀ ਉੱਚੀ ਕੂਕਦੇ ਹੈ। ਸੋ ਕਾਲਡ ਗਿਆਨੀ ਜਿਹੜੇ ਅਖਵਾਉਣ ਵਾਲੇ, ਜਿਹੜੇ ਹੈ ਹੀ ਮਾਇਆ 'ਚ ਨੇ, ਜਿਨ੍ਹਾਂ ਦਾ ਜੀਵਨ ਹੀ ਮਾਇਆ ਹੈ, ਉਹ ਫਿਰ ਉੱਚੀ ਉੱਚੀ ਕੂਕਦੇ ਹੈ। ਜੰਗਾਂ ਯੁੱਧਾਂ ਦੇ ਪ੍ਰਸੰਦ ਸੁਣਾ ਕੇ ਯੋਧਿਆਂ ਦੀਆਂ ਵਾਰਾਂ ਗਾਉਂਦੇ ਹੈ। ਸਾਨੂੰ ਭਰਮਾਉਂਦੇ ਹੈ, ਸਾਨੂੰ, ਕਿਉਂਕਿ ਉਹਨਾਂ ਦੀ ਉਹ ਕਿਰਤ ਹੈ, ਉਹਨਾਂ ਨੇ ਉਹਦੇ ਚੋਂ ਮਾਇਆ ਕੱਢਣੀ ਹੈ। ਉਹ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਮੈਨੀਪੂਲੇਟ ਵੀ ਕਰ ਦੇਣਗੇ, ਤਾਂ ਹੀ ਉਹ ਸਾਡਾ ਸਤਿਆਨਾਸ਼ ਫਿਰੀ ਜਾਂਦਾ ਬਈ ਨੌਲੇਜ, ਪੜ੍ਹਾਈ ਹੈ ਨਹੀਂ, ਤੇ ਆਪਣੇ ਹਿਸਾਬ ਦੇ ਨਾਲ ਗੁਰਬਾਣੀ ਨੂੰ ਖੋਲ ਰਹੇ ਨੇ, ਲੋਕਾਂ ਨੂੰ ਅੰਨ੍ਹਿਆਂ ਕਰੀ ਜਾਂਦੇ ਨੇ, ਔਰ ਸਾਡੇ ਵਰਗੇ ਮੂਰਖ ਅੰਨੇ ਹੋਈ ਜਾਂਦੇ ਨੇ। ਕੋਈ ਉਹਨਾਂ ਨੂੰ ਸਵਾਲ ਕਰਨ ਵਾਲਾ ਨਹੀਂ, ਕੁਐਸਚਨ ਕਰਨ ਵਾਲਾ ਨਹੀਂ। ਉੱਚੇ ਕੂਕੇ ਉੱਚੀ ਉੱਚੀ ਬੋਲ ਬੋਲ ਕੇ, ਮੈਂ ਕਹਿੰਦਾ ਵੀ ਏਦਾਂ ਮੂੰਹ ਚੁੱਕ ਚੁੱਕ ਕੇ ਉੱਤੇ ਅਸਮਾਨ ਵੱਲ ਨੂੰ ਕਰ ਲੈਂਦੇ। ਵਾਧਾ ਗਾਵੇਂ, ਉੱਚੇ ਕੂਕੇ ਵਾਧਾ ਗਾਵੇਂ। ਉਹ ਗਿਆਨੀ ਉੱਚੀ ਉੱਚੀ ਕੂਕਦੇ ਐ, ਜੰਗਾਂ ਯੁੱਧਾਂ ਦੇ ਪ੍ਰਸੰਗ ਸੁਣਾਉਂਦੇ ਐ, ਯੋਧਿਆਂ ਦੀਆਂ ਵਾਰਾਂ ਗਾਉਂਦੇ ਐ। ਮੂਰਖ ਪੰਡਤ ਹਿਕਮਤ ਹੁਜਤ ਸੰਜੈ ਕਰੇ ਪਿਆਰ। ਪੜ੍ਹੇ ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਤੇ ਦਲੀਲਾਂ ਦੇਣੀਆਂ ਜਾਣਦੇ ਨੇ, ਪਰ ਮਾਇਆ ਇਕੱਤਰ ਕਰਨ ਤੋਂ ਪਿੱਛੇ ਨਹੀਂ ਹਟਦੇ। ਮੂਰਖ ਪੰਡਤ ਹਿਕਮਤ ਹੁਜਤ ਸੰਜੈ ਕਰੇ ਪਿਆਰ। ਪੜ੍ਹੇ ਲਿਖੇ ਮੂਰਖ ਪੰਡਤ, ਪੰਡਤ ਕਹਿੰਦੇ ਪੜ੍ਹੇ ਲਿਖੇ ਵਿਦਵਾਨ, ਸੰਜੈ ਮਾਇਆ ਨੂੰ ਇਕੱਠਾ ਕਰਨਾ। ਪੜ੍ਹੇ ਲਿਖੇ ਮੂਰਖ ਗਿਆਨੀ ਪੰਡਤ ਨਿਰੀਆਂ ਚਲਾਕੀਆਂ ਕਰਦੇ ਐ, ਦਲੀਲਾਂ ਦੇਣੀਆਂ ਜਾਣਦੇ ਐ, ਪਰ ਮਾਇਆ ਇਕੱਤਰ ਕਰਨ ਤੋਂ ਪਿੱਛੇ ਨਹੀਂ ਹਟਦੇ। ਧਰਮੀ ਧਰਮ ਕਰੇ ਗਾਵਾਵੇਂ ਮੰਗੇ ਮੋਖ ਦੁਆਰ। ਧਰਮੀ ਧਰਮ ਕਰਮ ਕਰਕੇ ਇਸ ਲਈ ਸਭ ਕੁਝ ਗਵਾ ਲੈਂਦੇ ਆ, ਕਿਉਂਕਿ ਇਸ ਦੇ ਵੱਟੇ ਉਹ ਰੱਬ ਤੋਂ ਮੁਕਤ ਦੁਆਰ ਮੰਗਦੇ ਆ। ਧਰਮੀ ਜਿਨ੍ਹਾਂ ਨੇ ਜੀਵਨ ਸੱਚਾ ਸੁੱਚਾ ਕੱਢਣਾ, ਇਮਾਨਦਾਰੀ ਦੇ ਨਾਲ ਕੱਢਣਾ, ਉਹ ਕਹਿੰਦੇ ਇਸ ਕਰਕੇ ਉਹ ਸਾਰਾ ਕੁਝ ਗਵਾ ਲੈਂਦੇ ਆ, ਕਿਉਂਕਿ ਇਹਦੇ ਵੱਟੇ ਉਹ ਕਰਤੇ ਪੁਰਖ ਤੋਂ ਮੁਕਤ ਦੁਆਰ ਦੀ ਮੰਗ ਕਰਦੇ ਆ। ਧਰਮੀ ਧਰਮ ਕਰਹਿ ਗਾਵਾਵੇਂ ਮੰਗੇ ਮੋਖ ਦੁਆਰ। ਮਾਇਆ ਇਕੱਤਰ ਕਰਨ ਵਾਲੇ ਪਾਸੇ ਉਹਨਾਂ ਦਾ ਮਨ ਹੀ ਨਹੀਂ ਹੈ, ਉਹਨਾਂ ਦੀ ਬਿਰਤੀ ਨਹੀਂ ਹੈ। ਧਰਮੀ ਬੰਦੇ ਗੁਜ਼ਰਾਨ ਜੋਗੀ ਮਾਇਆ ਉਹਨਾਂ ਨੇ, ਇਹ ਉਹਨਾਂ ਦੀ ਬਿਰਤੀ ਹੁੰਦੀ ਹੈ। ਗੁਜ਼ਰਾਨ ਜੋਗਿਆ ਜਿਹੜਾ ਉਹਨਾਂ ਨੇ ਕੰਮ ਕਰਨਾ, ਧਰਮ ਕਰਮ ਕਰਦੇ ਕਰਦੇ ਉਹਨਾਂ ਨੇ ਸਿਰਫ ਮੁਕਤੀ ਦੀ ਬੇਨਤੀ ਕਰਨੀ ਹੈ, ਉਹ ਵੀ ਬੇਨਤੀ ਰੂਪ ਹੋ ਕੇ, ਗਰੀਬ ਬਣ ਕੇ, ਨਿਮਰਤਾ ਦੇ ਵਿੱਚ। ਧਰਮੀ ਧਰਮ ਕਰੇ ਗਾਵਾਵੇਂ ਮੰਗੇ ਮੋਖ ਦੁਆਰ। ਤਾਂ ਉਹ ਗਰੀਬ ਰਹਿ ਜਾਂਦੇ, ਤਾਂ ਉਹ ਸਭ ਕੁਝ ਗਵਾ ਵੀ ਲੈਂਦੇ ਕਈ ਵਾਰ। ਇਹਦੇ ਵੱਟੇ ਉਹ ਸਿਰਫ ਮੁਕਤੀ ਕਰਤੇ ਪੁਰਖ ਤੋਂ ਬੇਨਤੀ ਰੂਪ ਹੋ ਕੇ ਮੰਗਦੇ ਹੈ। ਜਤੀ ਸਦਾਵੇਂ ਜੁਗਤ ਨਾ ਜਾਣੈ ਛੱਡ ਬਹਿ ਘਰ ਬਾਰ। ਭਾਵ ਜੋ ਜਤੀ ਤਾਂ ਖਵਾਉਂਦੇ ਨੇ, ਪਰ ਕਰਮ ਇੰਦਰੀਆਂ ਤੇ ਕੰਟਰੋਲ ਨਹੀਂ, ਤੇ ਦੇਖਾ ਦੇਖੀ ਘਰ ਬਾਰ ਛੱਡ ਜਾਂਦੇ ਆ।
ਹੁਣ ਜਿਹੜੇ ਧਰਮੀ ਪੁਰਸ਼ ਦੀ ਆਪਾਂ ਗੱਲ ਕਰਦੇ ਹਾਂ ਕਿ ਉਹ ਸਾਰਾ ਕੁਝ ਗਵਾ ਲੈਂਦੇ ਆ ਕਿਉਂਕਿ ਇਹਦੇ ਵੱਟੇ ਉਹ ਸਿਰਫ ਮੁਕਤੀ ਮੰਗਦੇ ਆ, ਭਾਵ ਉਹ ਕੀ ਨਿਸ਼ਕਾਮ ਹੋ ਕੇ ਨਹੀਂ, ਭਾਵਨਾ ਵਸ ਹੋ ਕੇ, ਵਾਸਨਾ ਦੇ ਬੱਧੇ ਧਰਮ ਕਰਮ ਕਰਕੇ ਧਰਮ ਕਰਮ ਤੇ ਕਰ ਰਹੇ ਆ। ਰੱਬ ਨਾਲ ਪ੍ਰੀਤੀ ਵੀ ਹੈ, ਮੁਕਤ ਦੁਆਰ ਦੀ ਮੰਗ ਵੀ ਕਰਦੇ ਆ, ਕਿਉਂਕਿ ਉਹ ਨਿਸ਼ਕਾਮ ਹੋ ਕੇ ਨਹੀਂ ਕਰਦੇ, ਭਾਵਨਾ ਵਸ ਹੋ ਕੇ ਵਾਸ਼ਨਾ ਦੇ ਬੱਧੇ ਧਰਮ ਕਰਮ ਕਰਦੇ। ਜਤੀ ਤਾਂ ਖਵਾਉਂਦੇ ਆ, ਪਰ ਉਹਨਾਂ ਦਾ ਕਰਮ ਇੰਦਰੀਆਂ ਤੇ ਨਿਯੰਤਰਣ ਨਹੀਂ ਹੈ, ਕੰਟਰੋਲ ਨਹੀਂ ਹੈ, ਤੇ ਦੇਖਾ ਦੇਖੀ ਘਰ-ਬਾਰ ਛੱਡ ਦਿੰਦੇ ਆ। ਜੁਗਤ ਦਾ ਨਹੀਂ ਪਤਾ, ਜਤੀ ਸਦਾਵੇਂ ਜੁਗਤ ਨਾ ਜਾਣੈ। ਛੱਡ ਬਹਿ ਘਰ-ਬਾਰ, ਸਭ ਕੋ ਪੂਰਾ ਆਪੇ ਹੋਵੈ, ਘਟ ਨਾ ਕੋਈ ਆਖੈ। ਲੱਭ ਪਾਪ ਕੂੜ ਤੇ ਕਾਮਨਾ ਦਾ ਇੰਨਾ ਪ੍ਰਭਾਵ ਹੈ ਕਿ ਹਰ ਕੋਈ ਆਪਣੇ ਆਪ ਨੂੰ ਪੂਰਨ ਤੌਰ ਤੇ ਸਿਆਣਾ ਸਮਝਦਾ। ਕੋਈ ਇਹ ਨਹੀਂ ਆਖਦਾ ਕਿ ਮੇਰੇ ਵਿੱਚ ਕੋਈ ਊਣਤਾ ਹੀ ਹੈ। ਸਭ ਕੋ ਪੂਰਾ ਆਪੇ ਹੋਵੇ, ਘਟ ਨਾ ਕੋਈ ਆਖੈ। ਕੋਈ ਮੰਨਣ ਨੂੰ ਤਿਆਰ ਹੀ ਨਹੀਂ ਵੀ ਮੈਨੂੰ ਨਹੀਂ ਪਤਾ ਜੀ, ਮੈਨੂੰ ਨਹੀਂ ਪਤਾ। ਇਹ ਕੋਈ ਮੰਨਣ ਨੂੰ ਤਿਆਰ ਹੀ ਨਹੀਂ। ਇੱਕ ਭਾਵੇਂ 100% ਪੋਜ਼ਿਟਿਵ ਗੱਲ ਵੀ ਦੱਸ ਦੋ, ਬਾਣੀ ਚੋਂ ਲੱਭ ਕੇ ਪ੍ਰਮਾਣ, ਨਹੀਂ ਜੀ ਇਹ ਤੇ ਏਦਾਂ ਕਰਨਾ, ਮੇਰਾ ਮਨ ਤੇ ਏਦਾਂ ਮੰਨਦਾ, ਕਿਉਂਕਿ ਉਹ ਆਪਣੇ ਆਪ ਨੂੰ ਪੂਰੇ ਸਮਝਦੇ ਆ। ਮੇਰਾ ਵਿਚਾਰ ਤੇ ਇਹ ਹੈ, ਭਾਵੇਂ ਉਹ ਨਿਮਰਤਾ 'ਚ ਹੀ ਗੱਲ ਕਰਨਗੇ, ਲੇਕਿਨ ਉਹ ਮੰਨਣ ਨੂੰ ਤਿਆਰ ਨਹੀਂ ਹੋਣਗੇ। ਨਾਮ ਤੋਂ ਸਖਣੇ, ਨਾਮ ਦੇ ਉੱਤੇ ਭਰੋਸਾ ਨਹੀਂ ਹੈ, ਪ੍ਰੀਤੀ ਨਹੀਂ ਹੈ, ਮੰਨਦੇ ਨਹੀਂ ਹੈ, ਭਗਤੀ ਨਹੀਂ ਹੈ। ਪਤ ਪਰਵਾਣਾ ਪਿੱਛੇ ਪਾਈਐ, ਤਾਂ ਨਾਨਕ ਤੋਲਿਆ ਜਾਪੈ। ਨਾਨਕ ਜੋਤ ਕੀ ਕਹਿੰਦੀ ਹੈ? ਉਹੀ ਮਨੁੱਖ ਪਰਖ ਦੇ ਵਿੱਚ ਪੂਰਾ ਉਤਰਦਾ ਹੈ, ਜੇ ਤੱਕੜੀ ਦੇ ਦੂਜੇ ਛਾਬੇ ਦੇ ਵਿੱਚ ਇੱਜ਼ਤ ਰੂਪੀ ਵੱਟਾ ਪਾਇਆ ਜਾਵੇ। ਭਾਵ ਉਹੀ ਮਨੁੱਖ ਊਣਤਾ ਰਹਿਤ ਹੈ ਜੋ ਪੰਜ ਪ੍ਰਵਾਨ ਹੋ ਜਾਂਦਾ ਹੈ। ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼, ਏਤ ਰਾਹੇ ਪਤ। ਪਵੜੀਆਂ ਚੜੀਐ ਹੋਏ ਅਕੀਸ। ਪਰਖ ਵਿੱਚ ਉਹਨੇ ਹੀ ਪੂਰਾ ਉਤਰਨਾ ਹੈ ਜਿਹਦੇ ਨਾਲ ਤਕੜੀ ਦੇ, ਜਿੱਦਾਂ ਕਹਿ ਦਿੰਦੇ ਆ ਦੂਜੇ ਛਾਬੇ 'ਚ ਇੱਜ਼ਤ ਰੂਪੀ ਵੱਟਾ ਪਾਇਆ। ਊਣਤਾ ਉਹਦੇ 'ਚ ਨਹੀਂ ਹੋਏਗੀ ਜੋ ਪੰਜ ਪ੍ਰਵਾਨ ਹੋਏਗਾ, ਜਿਹਨੂੰ ਦਰ ਦੀ, ਕਰਤੇ ਪੁਰਖ ਦੇ ਦਰ ਦੀ ਢੋਈ ਮਿਲ ਗਈ ਹੈ। ਸੋ ਇਹ ਚੀਜ਼ਾਂ ਜਿੰਨੀਆਂ ਸ਼ਲੋਕ ਦੇ ਵਿੱਚ ਆਪਾਂ ਗੱਲਾਂ ਕੀਤੀਆਂ, ਮਹੱਲੇ ਪਹਿਲੇ ਦਾ ਸ਼ਲੋਕ ਆ, ਲੱਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਆ ਸਰਦਾਰ, ਕਾਮ ਨੇਮ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ, ਗਿਆਨੀ ਨੱਚੇ ਵਾਜਾ ਵਾਵੇ ਰੂਪ ਕਰੇ ਸਿੰਗਾਰ। ਅਸੀਂ ਕਹਿ ਤਾਂ ਦਿੰਦੇ ਹਾਂ ਵੀ ਲੋਕ ਇਦਾਂ ਦੇ ਨੇ, ਲੋਕ ਬਣ ਜਾਂਦੇ ਨੇ ਕਿਉਂਕਿ ਗਿਆਨੀ, ਗਿਆਨ ਦੇਣ ਵਾਲੇ ਟੀਚਰ, ਪ੍ਰੀਚਰਸ ਇਦਾਂ ਦੇ ਹੁੰਦੇ ਆ ਕਿ ਉਹ ਆਪ ਮਾਇਆ ਦੇ ਵਿੱਚ ਫਸੇ ਹੁੰਦੇ ਆ। ਜਿਹੜਾ ਹੁਣ ਆਪ ਮਾਇਆ ਦੇ ਵਿੱਚ ਫਸਿਆ ਹੋਏਗਾ, ਉਹ ਦੂਸਰੇ ਨੂੰ ਮਾਇਆ ਚੋਂ ਕੱਢਣ ਦਾ ਰਾਹ ਕਿਵੇਂ ਦੱਸ ਦੂਗਾ? ਸੁਖਮਨੀ ਸਾਹਿਬ ਚਾਹੁੰਦਾ ਨਹੀਂ, ਜਿਸ ਮਨ ਬਸੈ ਆਪ
निरंकार, तिसकी सीख तरह संसार। इस तरह ही है, जे कोई मैं गलत पढ़ रहा तो मैनू करैक्ट कर दियो। तिसकी सीख जिसके अंतर बसै निरंकार, तिसकी सीख तरह संसार। ਉਹਦੀ ਸਿੱਖਿਆ ਦੇ ਨਾਲ ਫਿਰ ਜਗਤ ਜਿਹੜਾ ਉਹ ਵਿਕਾਰਾਂ ਤੋਂ ਬਚੂਗਾ, ਜਿਹਦੇ ਮਨੁੱਖ ਦੇ ਹਿਰਦੇ ਅੰਦਰ ਕਰਤੇ ਪੁਰਖ ਦਾ ਵਾਸਾ ਹੈ। ਤੇ ਜੇਕਰ ਇਹਦੇ ਉਲਟ ਮਾਇਆ ਦਾ ਵਾਸਾ ਹੈ, ਫਿਰ ਸੰਸਾਰ ਨੇ ਤਰਨਾ ਤਾਂ ਕੀ ਆ, ਉਹ ਹੋਰ ਡੁੱਬ ਜੂਗਾ। ਇਹਨੂੰ ਆਪੋਜ਼ਿਟ ਲਾ ਲਓ। ਜੇ ਚੰਗਾ ਗਿਆਨ ਹੈ, ਚੰਗੀ ਸੋਝੀ ਹੈ, ਔਰ ਸੋਝੀ ਦੀ ਸਾਂਝ ਅੱਗੇ ਪਾ ਰਹੇ ਆ, ਤੇ ਸੰਸਾਰ ਦਾ ਭਲਾ ਹੋਊਗਾ। ਜੇ ਸੋਝੀ ਅੰਦਰ ਹੈ ਨਹੀਂ, ਆਪ ਹੀ ਮਾਇਆ 'ਚ ਫਸੇ ਆ, ਉਹ ਅਸੀਂ ਸਾਂਝ ਪਾ ਰਹੇ ਹਾਂ, ਤੇ ਸੰਸਾਰ ਦਾ ਭਲਾ ਕੀ ਹੋਣਾ, ਉਹਨੇ ਹੋਰ ਡੁੱਬ ਜਾਣਾ। ਸੋ ਇਹ ਦੋ ਸਲੋਕਾਂ ਦਾ ਬਹੁਤ ਅਸੀਂ ਅੱਜ ਗਿਆਨ ਸਿੱਖਿਆ, ਇਹਨਾਂ ਤੋਂ ਬਹੁਤ ਗੱਲਾਂ ਸਿੱਖੀਆਂ ਨੇ। ਹੋਰ ਅੱਗੇ ਚੱਲੀਏ। ਮਹੱਲਾ ਪਹਿਲਾ, ਇਹਦੇ ਵਿੱਚ ਤੀਸਰਾ ਸ਼ਲੋਕ ਵੀ ਆ ਗਿਆ। ਨਾਰਮਲੀ 2 ਆਏ ਨੇ ਪਹਿਲਾਂ, ਕਿਤੇ ਕਿਤੇ 3 ਆਏ ਨੇ, ਸੋ ਇਹਦੇ ਚ ਤੀਜਾ ਆ ਗਿਆ। ਇਹ ਹੋਰ ਬਾਬਾ ਨਾਨਕ ਸਾਨੂੰ ਹੋਰ, ਜਿੱਦਾਂ ਕਹਿੰਦੇ ਨੇ ਕੋਈ ਟੀਚਰ ਫਿਰ ਟਾਈਮ ਲਾ ਕੇ ਚੀਜ਼ ਸਮਝਾਉਂਦਾ, ਵੀ ਇਹ ਚੀਜ਼ ਬੜੀ ਇੰਪੋਰਟੈਂਟ ਹੈ ਬੱਚਿਆ, ਇਹਦੇ ਬਾਰੇ ਹੋਰ ਥੋੜਾ ਜਿਹਾ ਸਮਝ। ਵਦੀ ਸਵੱਜਗ ਨਾਨਕਾ ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਅੱਗੇ ਜਾਤ ਨ ਜੋਰ ਹੈ, ਅੱਗੇ ਜੀਓ ਨਵੇਂ, ਜਿਨ ਕੀ ਲੇਖੈ ਪਤ ਪਵੈ ਚੰਗੇ ਸੇਈ ਕੇ। ਸੋ ਬਾਬਾ ਨਾਨਕ ਉਪਦੇਸ਼ ਕਰਦੇ ਹੋਏ ਕਹਿੰਦੇ ਹੈ ਕਿ ਅਕਾਲ ਪੁਰਖ ਹਰ ਵਕਤ ਸਭ ਕੁਝ ਵੇਖ ਰਿਹਾ ਹੈ, ਸੱਚਾ ਵੇਖੈ ਸੋਈ। ਸੋ ਬੰਦੇ ਦੀਆਂ ਕੀਤੀਆਂ ਸਾਰੀਆਂ ਬੁਰਾਈਆਂ ਆਖਰ ਨੂੰ ਜਗ ਜ਼ਾਹਰ ਹੋ ਜਾਣੀਆਂ ਨੇ। ਸਾਰੇ ਜੀਵ ਜੀਵਨ ਨੂੰ ਜਿੱਤਣ ਲਈ ਆਪਣਾ ਆਪਣਾ ਜ਼ੋਰ ਲਾਉਂਦੇ ਨੇ, ਪਰ ਹੁੰਦਾ ਉਹ ਹੈ ਜੋ ਕਰਤੇ ਪੁਰਖ ਨੂੰ ਮਨਜ਼ੂਰ ਹੈ। ਪੁਨਰ ਜਨਮ ਦੇ ਵਿੱਚ ਪ੍ਰਭੂ ਨਾਲ ਜੁੜਨ ਲਈ ਉੱਚੀ ਨੀਵੀਂ ਜਾਤ ਦਾ ਕੋਈ ਯੋਗਦਾਨ ਨਹੀਂ, ਪਰ ਜੀਵ ਨੂੰ ਨਿਮਰਤਾ 'ਚ ਰਹਿਣ ਦੀ ਲੋੜ ਹੈ। ਨਵੇਂ ਨੀਵਾਂ ਹੋਣਾ, ਅੱਗੇ ਜੀਓ ਨਵੇਂ। ਉੱਥੇ ਕੋਈ ਜਾਤ ਪਾਤ ਦਾ ਜ਼ੋਰ ਨਹੀਂ ਚੱਲਣਾ, ਉੱਥੇ ਸਿਰਫ ਕਿੰਨੀ ਵੱਡੀ ਗੱਲ ਹੈ, ਦੇਖੋ ਅੱਗੇ ਜੀਓ ਨਵੇਂ, ਨਿਮਰਤਾ ਕਿੰਨੀ ਹੈ ਇਹ ਜ਼ਰੂਰ ਦੇਖਿਆ ਜਾਊ, ਗਰੀਬੀ ਕਿੰਨੀ ਹੈ ਇਹ ਜ਼ਰੂਰ ਦੇਖਿਆ ਜਾਊ, ਮਨ ਦੀ ਗਰੀਬੀ। ਜਿਨ ਕੀ ਲੇਖੈ ਪਤ ਪਵੈ ਚੰਗੇ ਸੇਈ ਕੇ, ਜਿਨ੍ਹਾਂ ਨੇ ਦੁਨੀਆ 'ਚ ਭਲੇ ਕਰਮ ਬੰਦਗੀ ਕੀਤੀ, ਉਹੀ ਪੰਜ ਪ੍ਰਵਾਨ ਹੁੰਦੇ ਨੇ, ਪਰ ਵਿਰਲੇ ਬਹੁਤ ਵਿਰਲੇ। ਸੋ ਕਰਤਾ ਪੁਰਖ ਸਭ ਕੁਝ ਵੇਖ ਰਿਹਾ, ਕਿੰਨਾ ਤੂੰ ਚੰਗਾ ਕਿੰਨਾ ਮਾੜਾ। ਕੋਈ ਵੀ ਲੁਕੋ ਨਹੀਂ ਰਹਿਣਾ ਉਹਦੇ ਤੋਂ। ਜੀਵਨ ਨੂੰ ਜਿੱਤਣ ਲਈ ਸਾਰੇ ਆਪਣਾ ਆਪਣਾ ਜ਼ੋਰ ਲਾਉਂਦੇ ਆ, ਲੇਕਿਨ ਕਰਤੇ ਪੁਰਖ ਨੇ ਜੋ ਲਿਖਿਆ ਹੋਣਾ ਉਹੀ ਹੈ। ਸਭਨੀ ਛਾਲਾਂ ਮਾਰੀ, ਦੇਖੋ ਲਫ਼ਜ਼ ਕਿਦਾਂ ਛਾਲਾਂ ਮਾਰਦੇ ਆ, ਆਪਣਾ ਆਪਣਾ ਜ਼ੋਰ ਲਾਉਂਦੇ ਆ ਜੀਵਨ ਨੂੰ ਜਿੱਤਣ ਵਾਸਤੇ, ਲੇਕਿਨ ਕਰਤੇ ਪੁਰਖ ਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੋਣਾ। ਇਹ ਨਾ ਸਮਝਿਓ ਕਿ ਅਸੀਂ ਵੱਡੀ ਜ਼ਾਤ ਦੇ ਆ, ਜਿੱਦਾਂ ਬ੍ਰਾਹਮਣ ਕਹਿੰਦਾ ਸੀ ਵੀ ਮੈਂ ਰੱਬ ਦੇ ਮੁਖ ਤੋਂ ਪੈਦਾ ਹੋਇਆ, ਮੇਰੀ ਜ਼ਾਤ ਵੱਡੀ ਹੈ। ਉਹ ਕਹਿੰਦੇ ਕੁਛ ਨਹੀਂ ਇਹਦਾ ਫਰਕ ਪੈਣਾ, ਨਿਮਰਤਾ ਕਿੰਨੀ ਹੈ ਜ਼ਰੂਰ ਅੱਗੇ ਜੀਓ ਨਵੇਂ, ਗਰੀਬੀ ਕਿੰਨੀ ਹੈ, ਭਾਵਨਾ ਕਿੰਨੀ ਹੈ, ਪਿਆਰ, ਕਿਉਂਕਿ ਪਿਆਰ ਗਰੀਬੀ 'ਚ ਹੀ ਹੋਣਾ, ਆਕੜ ਦੇ ਨਾਲ ਕਦੇ ਵੀ ਪਿਆਰ ਨਹੀਂ ਹੁੰਦਾ। ਜਿਨ ਕੀ ਲਿਖਿਆ ਪਤ ਪਵੈ ਚੰਗੇ ਸੇਈ ਕੇ,
ਜਿਨ੍ਹਾਂ ਨੇ ਦੁਨੀਆ 'ਚ ਭਲੇ ਕਰਮ ਕੀਤੇ, ਚੰਗੇ ਕਰਮ ਕੀਤੇ ਤੇ ਬੰਦਗੀ ਕੀਤੀ ਹੋਵੇ, ਉਹ 5 ਪ੍ਰਵਾਨ ਹੁੰਦੇ ਨੇ, ਪਰ ਵਿਰਲੇ ਹੁੰਦੇ ਨੇ। ਅੱਗੇ ਪੌੜੀ। ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤਾਂ ਤਿੰਨੀ ਖਸਮ ਧਿਆਇਆ। ਜਿਨ੍ਹਾਂ ਮਨੁੱਖਾਂ ਤੇ ਧੁਰੋਂ ਬਖਸ਼ਿਸ਼ ਹੋ ਗਈ, ਉਹਨਾਂ ਨੇ ਉਸ ਕਰਤੇ ਪੁਰਖ ਦਾ ਨਾਮ ਜਪ ਕੇ ਧਿਆਨ ਦੀ ਅਵਸਥਾ ਹਾਸਲ ਕੀਤੀ। ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਤੇਰੀ ਕਿਰਪਾ ਦੇ ਨਾਲ ਜਿਨ੍ਹਾਂ ਨੂੰ ਧੁਰੋਂ ਬਖਸ਼ਿਸ਼ ਮਿਲੀ, ਤਾਂ ਤਿੰਨੀ ਖਸਮ ਧਿਆਇਆ। ਉਹ ਫਿਰ ਧਿਆਨ ਦੀ ਅਵਸਥਾ ਤੱਕ ਪਹੁੰਚੇ। ਇਹਨਾਂ ਜਨਤਾ ਕੈ ਵਸ ਕਿਛ ਨਹੀਂ, ਤੁਧ ਵੇਖੀ ਜਗਤ ਉਪਾਇਆ। ਬੇਸ਼ੱਕ ਵੱਖ-ਵੱਖ ਤਰ੍ਹਾਂ ਦੇ ਜੀਵ ਪੈਦਾ ਹੋਏ ਨੇ ਜਾਂ ਕੀਤੇ ਗਏ ਨੇ ਜਾਂ ਸਾਜੇ ਗਏ ਨੇ, ਪਰ ਇਹਨਾਂ ਦੇ ਇਖਤਿਆਰ ਵਿੱਚ ਕੱਖ ਨਹੀਂ ਹੈ, ਕੁਝ ਨਹੀਂ ਹੈ। ਇਹਨਾਂ ਜਨਤਾ ਕੈ ਵਸ ਕਿਛ ਨਹੀਂ, ਤੁਧ ਵੇਖੀ ਜਗਤ ਉਪਾਇਆ। ਇਕਨਾਂ ਨੂੰ ਤੂੰ ਮੇਲ ਲੈ, ਇੱਕ ਆਪੋ ਤੁਧ ਖੁਆਇਆ। ਉਹਨਾਂ ਜੀਵਾਂ ਨੂੰ ਜਿਨ੍ਹਾਂ ਤੇ ਬਖਸ਼ਿਸ਼ ਹੈ, ਜਾਂ ਜਿਹੜੇ ਧਿਆਨ ਦੀ ਅਵਸਥਾ ਤੱਕ ਪਹੁੰਚੇ ਨੇ, ਜਾਂ ਜਿਹੜੇ ਭਗਤੀ ਕਰਦੇ ਨੇ, ਬੰਦਗੀ ਕਰਦੇ ਨੇ, ਉਹਨਾਂ ਨੂੰ ਤੂੰ ਨਾਮ ਦੇ ਵਿੱਚ ਜੋੜੀ ਰੱਖ ਲੈ। ਇੱਕ ਆਪੋ ਤੁਧ ਖੁਆਇਆ, ਪਰ ਕਈਆਂ ਨੂੰ ਤੂੰ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ। ਗੁਰ ਕਿਰਪਾ ਤੇ ਜਾਣਿਆ। ਜਿਹੜੇ ਵਿਛੜੇ ਨੇ ਉਹ ਆਪਣੇ ਕਰਮਾਂ ਕਰਕੇ ਵਿਛੜੇ। ਇਹਦੇ ਬਾਰੇ ਪਿਛਲੇ ਹਫਤੇ ਸਰਦਾਰ ਮੋਹਨ ਸਿੰਘ ਸਿੱਧੂ ਸਾਹਿਬ ਨੇ ਬਹੁਤ ਸੋਹਣੇ ਸ਼ਬਦ ਮੇਰੇ ਨਾਲ ਸਾਂਝੇ ਕੀਤੇ, ਔਰ ਸਵਾਲ ਵੀ ਕੀਤੇ, ਵਿਚਾਰ ਵੀ ਕੀਤਾ। ਅਸੀਂ ਇਹਨੂੰ ਹੋਰ ਆਪਾਂ ਗੂੜਾ ਕਰਾਂਗੇ, ਅੱਗੇ ਜਾ ਕੇ ਚੀਜ਼ਾਂ ਯਾਦ ਰੱਖਣੀਆਂ ਕਿ ਇਹਨਾਂ ਜਨਤਾ ਕੇ ਵਸ ਕਿਛ ਨਹੀਂ, ਤੁਧ ਵੇਖੀ ਜਗਤ ਉਪਾਇਆ। ਵੀ ਜੇਕਰ ਸਾਡੇ ਕੁਛ ਵਾਸੀ ਨਹੀਂ ਹੈ, ਜੇ ਕਰਨਾ ਹੀ ਸਾਰਾ ਕੁਛ ਪ੍ਰਮਾਤਮਾ ਨੇ ਹੈ, ਤੇ ਫਿਰ ਅਸੀਂ ਕੀ ਕਰੀਏ? ਇਹ ਸਾਰਾ ਕੁਛ ਐਕਸਟ੍ਰੈਕਟ, ਇਸ ਟੌਪਿਕ ਦਾ ਐਕਸਟ੍ਰੈਕਟ ਇੱਥੇ ਆਉਣਾ ਕਿ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਹਾਰੇ। ਸੋਚਣਾ ਅਸੀਂ ਹੈ ਕਿ ਸਾਡੇ ਕੋਲ ਸੋਝੀ ਹੈ, ਮਨੁੱਖੇ ਜਨਮ 'ਚ ਅਸੀਂ, ਸਾਡੇ ਕੋਲ ਕਮਿਊਨੀਕੇਸ਼ਨ ਹੈ, ਸਾਡੇ ਕੋਲ ਐਜੂਕੇਸ਼ਨ ਹੈ, ਅਸੀਂ ਪੜ੍ਹ ਕੇ ਆਪਣੇ ਮਨ ਨੂੰ ਸਮਝਾ ਸਕਦੇ ਹਾਂ। ਤੇ ਜਿਉਂ-ਜਿਉਂ ਇਸ ਬੰਨੇ ਲੱਗਾਂਗੇ, ਤਿਉਂ-ਤਿਉਂ ਫਿਰ ਕਰਤਾ ਪੁਰਖ ਕਿਰਪਾ ਵੀ ਕਰੂਗਾ, ਬਖਸ਼ਿਸ਼ ਵੀ ਕਰੂਗਾ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ। ਜਿਸ ਮਨੁੱਖ ਦੇ ਹਿਰਦੇ ਵਿੱਚ ਕਰਤੇ ਪੁਰਖ ਨੇ ਆਪ ਸੋਝੀ ਪਾ ਦਿੱਤੀ, ਉਸ ਬਖਸ਼ਿਸ਼ ਦੇ ਨਾਲ ਉਹ ਫਿਰ ਪਰਮਾਤਮਾ ਨੂੰ ਬੁੱਝ ਲੈਂਦੇ ਆ, ਜਾਣ ਲੈਂਦੇ ਆ। ਗੁਰਪ੍ਰਸਾਦ ਦੇ ਕਰਕੇ ਉਹ ਫਿਰ ਬੰਦਗੀ ਕਰਨੀ ਆਰੰਭ ਕਰ ਦਿੰਦੇ ਆ। ਇੱਕ ਵਿਛੜੇ ਹੈ, ਉਹ ਆਪਣੇ ਕਰਮਾਂ ਕਰਕੇ ਵਿਛੜੇ ਹੈ। ਇੱਕ ਫਿਰ ਵਿਛੜੇ ਹੋਏ ਵੀ ਭਾਵੇਂ ਹੋਣ, ਪਰ ਉਹ ਜੀਵਨ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਆ, ਗਿਆਨ ਹਾਸਲ ਕਰਨਾ ਸ਼ੁਰੂ ਕਰ ਦਿੰਦੇ ਆ, ਹੌਲੀ ਹੌਲੀ ਇਸ ਬੰਨੇ ਵੱਲ ਆਉਣਾ ਸ਼ੁਰੂ ਕਰ ਦਿੰਦੇ ਆ। ਗੁਰਪ੍ਰਸਾਦ ਦੇ ਨਾਲ ਉਹ ਬੰਦਗੀ ਕਰਦੇ ਕਰਦੇ ਉਹ ਵੀ ਫਿਰ ਰੱਬ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਆ। ਸਹਿਜੇ ਹੀ ਸੱਚ ਸਮਾਇਆ। ਉਸ ਬੰਦੇ ਦਾ ਫਿਰ ਮਨ ਪੂਰੀ ਤਰ੍ਹਾਂ ਟਿਕ ਜਾਂਦਾ ਹੈ
ਤੇ ਉਹ ਅਕਾਲ ਪੁਰਖ ਨਾਲ ਇੱਕ ਮਿਕ ਹੋ ਜਾਂਦਾ ਹੈ, ਪਰ ਇਹ ਉਹਨਾਂ ਗੁਰਪ੍ਰਸਾਦ ਦੇ ਨਾਲ ਹੈ। ਜਿਸ ਮਨੁੱਖ ਦੇ ਅੰਦਰ ਕਰਤੇ ਪੁਰਖ ਨੇ ਆਪ ਸੂਝੀ ਪਾ ਦਿੱਤੀ, ਉਸੇ ਬਖਸ਼ਿਸ਼ ਦੇ ਨਾਲ, ਉਸੇ ਗੁਰਪ੍ਰਸਾਦ ਦੇ ਨਾਲ ਉਹ ਕਰਤੇ ਪੁਰਖ ਨੂੰ ਪਛਾਣ ਲੈਂਦਾ ਹੈ ਤੇ ਸਹਿਜ ਸੁਭਾਏ ਉਸ ਕਰਤੇ ਪੁਰਖ ਦੇ ਨਾਲ ਇੱਕ ਮਿਕ ਹੋ ਜਾਂਦਾ, ਇੱਕ ਮਿਕ ਹੋ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।